ਅਸਲਾਮੁਅਲੈਕੁਮ ਵੀਰੋ ਤੇ ਭਰਾਓ, ਸੋਹਣਿਓ ਤੇ ਚੰਨ ਮੱਖਣੋ, ਬੁੱਢਿਓ ਤੇ ਜਵਾਨੋ, ਆਪਣੇ ਭੈਣ ਭਰਾਵਾਂ 'ਚ ਹੱਸਦੇ ਵਸਦੇ ਰਹਿਣ ਵਾਲੇ ਪ੍ਰਧਾਨੋ। ਤੁਹਾਨੂੰ ਸਾਰਿਆਂ ਨੂੰ ਵੈਲਕਮ ਕਰਨੇ ਆ ਤੁਹਾਡੇ ਆਪਣੇ YouTube ਚੈਨਲ ਤੇ, ਜਿਹਦਾ ਨਾਮ ਹੈ ਪੈਸ਼ਨ ਹੀ ਪ੍ਰੋਫੈਸ਼ਨ। ਵੀਰੋ, ਅੱਜ ਦੀ ਵੀਡੀਓ ਦੇ ਦੋ ਮੌਜੂ ਨੇ। ਪਹਿਲਾ ਮੌਜੂ ਹੈ ਕਿ ਸਕੇ ਭੈਣ ਭਰਾਵਾਂ ਦੇ ਵਿੱਚ ਇੱਕ ਭਰਾ ਐਸਾ ਹੁੰਦਾ ਹੈ ਕਿ ਜਿਹੜਾ ਕਿਸੇ ਦੂਸਰੇ ਭੈਣ ਭਰਾ ਦਾ ਜਨਾਜ਼ਾ ਨਹੀਂ ਪੜ੍ਹਦਾ, ਔਰ ਇਹਨਾਂ ਸਕੇ ਭੈਣ ਭਰਾਵਾਂ 'ਚ ਇੱਕ ਭਰਾ ਐਸਾ ਵੀ ਹੁੰਦਾ ਹੈ ਕਿ ਜਿੱਦਾਂ ਜਨਾਜ਼ਾ ਪੜ੍ਹਨ ਵਾਸਤੇ ਉਹਦਾ ਆਪਣਾ ਸਕਾ ਭਰਾ ਹੀ ਕੋਈ ਨਹੀਂ ਮੌਜੂਦ ਹੁੰਦਾ ਉਹਦੇ ਜਨਾਜ਼ੇ ਦੇ ਵਿੱਚ। ਉਹਦੀ ਕੀ ਵਜੂਹਾਤ ਹੈ? ਦੂਸਰਾ ਮੌਜੂ ਹੈ ਕਿ ਬੱਕਰੀ ਫਾਰਮਿੰਗ ਦੇ ਵਿੱਚ ਸਸਤਾ ਔਰ ਮਿਆਰੀ ਵੰਡਾ ਬਣਾਉਣ ਦਾ ਫਾਰਮੂਲਾ ਦੱਸਾਂਗੇ ਅਸੀਂ। ਸੋ ਵੀਡੀਓ ਅੱਛੀ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਤੇ ਵੀਰੋ, ਕਦੇ ਗੌਰ ਕੀਤਾ ਹੋਏਗਾ ਤੁਸਾਂ ਕਿ ਸਕੇ ਭੈਣ ਭਰਾ ਜਿੰਨੀ ਦੇਰ ਛੋਟੇ ਮਾਂ ਪਿਓ ਦੀ ਚੰਗੇਰ ਤੇ ਹੁੰਦੇ ਨੇ, ਇੱਕੋ ਵਿਹੜੇ 'ਚ ਰਹਿੰਦੇ ਨੇ, ਹੱਸਦੇ ਖੇਡਦੇ ਖਾਂਦੇ ਲੜਦੇ ਝਗੜਦੇ ਪਲਦੇ, ਸਾਰਾ ਕੁਝ ਹੁੰਦਾ ਹੈ। ਤਾਂ ਕਿ ਕੁਛ ਪੇ ਸਵੇਰੇ ਭੈਣ ਭਰਾ ਆਪਸ 'ਚ ਲੜਦੇ ਹੋਣਗੇ, ਦੁਪਹਿਰ ਇੱਕੋ ਬਰਤਨ 'ਚ ਬਹਿ ਕੇ ਖਾਂਦੇ ਹੋਣਗੇ। ਕੋਈ ਪਤਾ ਨਹੀਂ ਕਿੰਨੇ ਸੁਲ੍ਹਾ ਕਰਾਈ, ਕਿੰਨੇ ਕੌਣ ਮੰਨਿਆ ਕੌਣ ਰੋਇਆ। ਵਜ੍ਹਾ ਇਹ ਵੇ ਕਿ ਉਸ ਟਾਈਮ ਦਿਲ ਦੇ ਵਿੱਚ ਕਿਸੇ ਕਿਸਮ ਦਾ ਕੋਈ ਲਾਲਚ ਬੁਗਜ਼ ਕੋਈ ਮਫਾਦ ਨਹੀਂ ਹੁੰਦਾ, ਸਿਰਫ ਇੱਕ ਖਾਲਸ ਬੇਲੋਸ ਜਿਹਾ ਜਜ਼ਬਾ ਹੁੰਦਾ ਹੈ। ਲੇਕਿਨ ਜਿਉਂ ਹੀ ਵਕਤ ਗੁਜ਼ਰਦਾ ਜਾਂਦਾ ਹੈ, ਸਾਰੇ ਵੱਡੇ ਹੁੰਦੇ ਨੇ, ਆਪੋ ਆਪਣੀ ਜ਼ਿੰਦਗੀਆਂ 'ਚ ਮਗਨ ਹੁੰਦੇ ਨੇ, ਦੌੜ 'ਚ ਲੱਗਦੇ ਨੇ, ਤੇ ਇਹੋ ਹੀ ਭੈਣ ਭਰਾ ਹੁੰਦੇ ਨੇ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਜਨਾਬ ਉਹ ਇੱਕ ਮੈਂ ਆ ਜਾਂਦੀ ਹੈ, ਔਰ ਉਹੀ ਸਤਿਆਨਾਸ਼ ਕਰਕੇ ਰੱਖ ਛੱਡਦੀ ਹੈ। ਐਵੇਂ ਛੋਟੀਆਂ ਛੋਟੀਆਂ ਗਲਤ ਫਹਿਮੀਆਂ, ਛੋਟੀਆਂ ਛੋਟੀਆਂ ਜਨਾਬ ਵਜੂਹਾਤ ਤੋਂ ਅਸੀਂ ਇੱਕ ਦੂਜੇ ਦੇ ਨਾਲ ਸਾਰੀ ਸਾਰੀ ਜ਼ਿੰਦਗੀ ਮੂੰਹ ਮੋੜ ਕੇ ਰੱਖ ਦਿੰਦੇ ਹਾਂ। ਗੱਲ ਇਹ ਵੇ ਕਿ ਦੁਨੀਆ ਤੇ ਜਦੋਂ ਅਸੀਂ ਆਉਂਦੇ ਹਾਂ, ਉਦੋਂ ਤੇ ਇੱਕ ਦਰਜੇ ਬਣ ਜਾਂਦੇ ਨੇ ਸਾਡੇ ਜੀ। ਜਿਹੜਾ ਪਹਿਲਾਂ ਪੈਦਾ ਹੋ ਗਿਆ ਵੱਡਾ, ਜਿਹੜਾ ਬਾਅਦ 'ਚ ਪੈਦਾ ਹੋਇਆ ਉਦੋਂ ਛੋਟਾ, ਜਿਹੜਾ ਉਦੋਂ ਬਾਅਦ ਪੈਦਾ ਹੋਇਆ ਉਦੋਂ ਛੋਟਾ। ਇਹ ਦਰਜੇ ਬਣ ਗਏ ਸਾਰੇ। ਲੇਕਿਨ ਤੁਹਾਨੂੰ ਪਤਾ ਕਿ ਜਦੋਂ ਦੁਨੀਆ ਤੋਂ ਵਾਪਸ ਜਾਣ ਦਾ ਕੋਈ ਦਰਜਾ ਨਹੀਂ ਹੈ। ਕੋਈ ਪਤਾ ਨਹੀਂ ਪਹਿਲਾਂ ਵੱਡੇ ਨੇ ਜਾਣਾ ਹੈ ਕਿ ਪਹਿਲਾਂ ਛੋਟੇ ਨੇ ਜਾਣਾ ਹੈ। ਇਹੀ ਵਜ੍ਹਾ ਵੇ ਕਿ ਜਿਹੜਾ ਤੇ ਭੈਣ ਭਰਾਵਾਂ 'ਚ ਪਹਿਲਾਂ ਚਲਾ ਜਾਂਦਾ ਹੈ, ਠੀਕ ਹੈ, ਉਹ ਮਗਰ ਜਿੰਨੇ ਰਹਿ ਜਾਂਦੇ ਨੇ ਕਿਸੇ ਦਾ ਜਨਾਜ਼ਾ ਨਹੀਂ ਪੜ ਸਕਦਾ, ਕਿਉਂਕਿ ਪਹਿਲਾਂ ਫੌਤ ਹੋ ਚੁੱਕਿਆ ਹੋਇਆ। ਔਰ ਜਿਹੜਾ ਮਗਰ ਰਹਿ ਜਾਂਦਾ ਹੈ, ਜਿਹੜਾ ਸਾਰਿਆਂ ਦੇ ਜਨਾਬ ਜ਼ਿੰਦਗੀ ਗੁਜ਼ਾਰਦਾ ਹੈ, ਕਫਨ ਦਫਨ ਸਾਰਿਆਂ ਨੂੰ ਦਫਨਾਉਂਦਾ, ਐਂਡ ਤੇ ਮਗਰ ਬਚ ਜਾਂਦਾ ਹੈ। ਜਦੋਂ ਉਹਦੀ ਵਾਰੀ ਆਉਂਦੀ ਏ, ਉਦੋਂ ਉਹਦਾ ਜਨਾਜ਼ਾ ਚੁੱਕਣ ਵਾਸਤੇ ਤਾਂ ਕੋਈ ਸਕਾ ਭੈਣ ਭਰਾ ਹੀ ਮੌਜੂਦ ਨਹੀਂ ਹੁੰਦਾ। ਤੇ ਇਹੀ ਵਜ੍ਹਾ ਹੈ ਕਿ ਥੋੜਾ ਜਿਹਾ ਸੋਚੋ ਯਾਰ, ਕੁਛ ਨਹੀਂ ਪਿਆ ਦਾ ਇਸ ਦੁਨੀਆ 'ਚ। ਦੁਨੀਆ ਦੇ ਮਫਾਦਾਤ ਸਭ ਵਕਤੀ ਨੇ। ਜ਼ਿੰਦਗੀ ਨੂੰ ਮਜ਼ੇ ਨਾਲ ਗੁਜ਼ਾਰਨਾ ਹੈ ਤੇ ਆਪਸ 'ਚ ਰਲ ਮਿਲ ਕੇ ਪਿਆਰ ਮੁਹੱਬਤ ਨਾਲ ਰਹਿਣਾ ਸਿੱਖੋ। ਇਹਦੇ 'ਚ ਹੀ ਮਜ਼ਾ ਹੈ, ਔਰ ਜ਼ਿੰਦਗੀ ਬੜੀ ਸੌਖੀ ਹੋ ਜਾਂਦੀ ਹੈ। ਦੂਸਰੇ ਨੰਬਰ ਤੇ ਆਪਣੇ ਦੂਸਰੇ ਮੌਜੂ ਤੇ ਗੱਲ ਕਰਨੇ ਆ ਕਿ ਬੱਕਰੀ ਫਾਰਮਿੰਗ। ਸਿਆਣੇ ਕਹਿੰਦੇ ਨੇ ਕਿ ਬੱਕਰੀ ਜਿਹੜੀ ਏ ਉਹ ਮਾੜੇ ਬੰਦੇ ਦੀ ਗਾਂ ਹੈ, ਲੇਕਿਨ ਉਹ ਕੋਈ ਸ਼ੱਕ ਨਹੀਂ ਹੈ। ਲੇਕਿਨ ਅੱਜ ਦੇ ਦੌਰ ਦੇ ਵਿੱਚ ਸਾਡੇ ਕੁਛ ਐਸੇ ਭੈਣ ਭਰਾ ਹਨ ਮਾਰਕੀਟ ਦੇ ਵਿੱਚ ਜਨਾਬ, ਜਿੰਨਾ ਆਪਣੇ ਉਹ ਕਹਿ ਲਓ ਕਿ ਫੀਡਾਂ ਤੇ ਆਪਣੇ ਉਹ ਸਪੈਸ਼ਲ ਵੰਡੇ ਵਗੈਰਾ ਵੇਚਣ ਦੇ ਚੱਕਰ ਦੇ ਵਿੱਚ ਬੱਕਰੀ ਫਾਰਮਿੰਗ ਦੇ ਇੰਨੇ ਜ਼ਿਆਦਾ ਪ੍ਰੋਟੋਕੋਲ ਵਧਾ ਚੜਾ ਕੇ ਦੱਸ ਕੇ ਜਿਹੜਾ ਨਾ ਜਨਾਬ ਉਹ ਮਾੜੇ ਬੰਦਿਆਂ ਦੇ ਦਿਮਾਗ ਖਰਾਬ ਕਰ ਛੜੇ ਨੇ। ਉਹ ਮਾੜਾ ਬੰਦਾ ਜਦੋਂ ਇਹ ਚੀਜ਼ਾਂ ਵਹਿੰਦਾ ਸੁਣਦਾ ਹੁੰਦਾ ਜੀ ਇਹ ਤੇ ਕੰਮ ਹੀ ਬੜਾ ਮਹਿੰਗਾ ਹੈ ਤੇ ਬੜਾ ਔਖਾ ਕੰਮ ਹੈ, ਮੈਂ ਤੇ ਕਰ ਹੀ ਨਹੀਂ ਸਕਦਾ। ਯਕੀਨ ਜਾਣੋ ਕਿ ਕੋਈ ਮਹਿੰਗਾ ਕੋਈ ਔਖਾ ਕੰਮ ਨਹੀਂ। ਇਹ ਸਭ ਮਾਰਕੀਟ ਦੀਆਂ ਗੱਲਾਂ ਜੀ, ਜੈਨੂਅਨ ਗੱਲ ਤੁਹਾਨੂੰ ਦੱਸਣਾ, ਕੋਈ ਔਖਾ ਕੰਮ ਨਹੀਂ। ਮਿਹਨਤ ਹੈ, ਸਾਰੀ ਗੱਲ ਹੈ, ਮਿਹਨਤ ਕਿਹੜੇ ਕੰਮ 'ਚ ਨਹੀਂ ਹੈ, ਹਰ ਕੰਮ 'ਚ ਮਿਹਨਤ ਹੈ। ਲੇਕਿਨ ਬੱਕਰੀ ਫਾਰਮਿੰਗ ਬੜਾ ਮਜ਼ੇ ਵਾਲਾ ਔਰ ਬੜਾ ਸੌਖਾ ਕੰਮ ਜੀ। ਇਹਦਾ ਮੈਂ ਅੱਜ ਤੁਹਾਨੂੰ ਸਸਤਾ ਜਿਹਾ ਫਾਰਮੂਲਾ ਦੱਸਾਂਗਾ ਕਿ ਗੱਭਣ ਬੱਕਰੀ ਜਿਹੜੀ ਏ, ਜਿਹੜੀ ਸੂਣ ਵਾਲੀ ਬੱਕਰੀ ਉਹਦੀ ਤਿਆਰੀ ਕਰਾਉਣ ਵਾਸਤੇ ਸਸਤਾ ਤੇ ਮਿਆਰੀ ਵੰਡਾ ਬਣਾਉਣ ਦਾ ਫਾਰਮੂਲਾ ਕੀ ਹੈ। ਲੇਕਿਨ ਉਹ ਫਾਰਮੂਲਾ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਉਸ ਆਪਣੇ ਵੰਡੇ ਦਾ, ਉਸ ਫਾਰਮੂਲੇ ਦਾ ਤੁਹਾਨੂੰ ਰਿਜ਼ਲਟ ਦੱਸਣਾ ਵਾ ਕਿ ਮੈਂ ਆਪਣੇ ਜਾਨਵਰਾਂ ਤੇ ਵਰਤ ਚੁੱਕਿਆ। ਮੈਂ ਚੀਜ਼ਾਂ ਇਹ ਫਾਰਮੂਲਾ ਲਾ ਚੁੱਕਿਆ ਵਾ। ਉਹਦੇ ਵਾਸਤੇ ਮੈਂ ਤੁਹਾਨੂੰ ਆਪਣੇ ਜਾਨਵਰਾਂ ਨੂੰ ਬਹਾਨਾ ਵਾ। ਜ਼ਰਾ ਥੋੜਾ ਜਿਹਾ ਸ਼ੌਕ ਕਰੋ ਜਾਨਵਰਾਂ ਦਾ, ਤੇ ਸ਼ੌਕ ਕਰਕੇ ਤੇ ਫਿਰ ਮੈਨੂੰ ਸਾਰੇ ਭਰਾਵਾਂ ਨੇ ਇੱਕ ਵਾਰੀ ਮਾਸ਼ਾਅੱਲਾ ਜ਼ਰੂਰ ਕਹਿਣਾ ਵਹਿੰਦਿਆਂ ਹੀ। ਤੇ ਉਸ ਤੋਂ ਬਾਅਦ ਸ਼ੌਕ ਕਰਨ ਤੋਂ ਬਾਅਦ ਨਾਲ ਹੀ ਤੁਹਾਨੂੰ ਮੈਂ ਵੰਡੇ ਦੀ ਇੱਕ ਤਰਤੀਬ ਵੀ ਦੱਸ ਦੇਣਾ ਵਾ ਕਿ ਕੀ ਤਰਤੀਬ ਹੈ, ਕਿੰਨਾ ਪੈਣਾ ਹੈ, ਕੀ ਤਰੀਕਾ ਕਾਰ ਹੈ ਇਹਦਾ, ਔਰ ਕਿੰਨਾ ਸਸਤਾ ਹੈ ਸਾਰਾ ਕੁਛ। ਅੱਛਾ ਜੀ ਵੀਰੋ, ਸਾਰੇ ਭਰਾ ਇੱਕ ਵਾਰੀ ਮਾਸ਼ਾਅੱਲਾ ਕਹਿ ਦਿਓ ਔਰ ਇਹ ਵੰਡੇ ਦਾ ਰਿਜ਼ਲਟ ਚੈੱਕ ਕਰੋ। ਇਹ ਪਹਿਲਣ ਪੱਠ ਹੈ ਮੇਰੀ ਘਰ ਦੀ, ਇਹਦਾ ਬਹਾਨੇ ਦੀ ਤਿਆਰੀ ਚੈੱਕ ਕਰੋ ਤੁਸੀਂ। ਫਿਰ ਅਗਲੀ ਗੱਲ ਕਰਨੇ ਆ। ਪਹਿਲਣ ਪੱਠ ਘਰ ਦੀ ਤਿਆਰ ਹੋਈ ਦੀ, ਠੀਕ ਹੈ। ਇਹਦੀ ਮਾਂ ਜਿਹੜੀ ਸੀ ਨਾ, ਉਹ ਮੇਰੇ ਕੋਲ 3 ਤੋਂ 4 ਈਵਨ 5 ਬੱਚੇ ਵੀ ਉਹਨੇ ਮੇਰੇ ਕੋਲ ਦਿੱਤੇ ਹੋਏ ਨੇ, ਜਿਹਦੀ ਇਹ ਪੱਠ ਹੈ। ਅਤੇ ਐਤਕਾਂ ਪਹਿਲਣ ਸੂਏ ਤਿਆਰ ਹੋਈ ਔਰ ਮਾਸ਼ਾਅੱਲਾ ਇਹਦਾ ਤੁਸੀਂ ਬਹਾਨਾ ਚੈੱਕ ਕਰੋ। ਔਰ ਇਹਨੂੰ ਮੈਂ ਉਹੋ ਹੀ ਵੰਡੇ ਦਾ ਫਾਰਮੂਲਾ ਲਾਇਆ ਜਿਹੜਾ ਕਿ ਮੈਂ ਤੁਹਾਨੂੰ ਦੱਸਣ ਲੱਗਾ ਵਾਂ। ਅੱਛਾ ਜੀ ਵੀਰੋ, ਇਹ ਦੂਸਰੀ ਪੱਠ ਹੈ ਇਹਦੇ ਨਾਲ ਤਿਆਰ ਹੋਈ। ਦੋਨਾਂ ਦਾ ਕਹਿ ਲਓ ਕਿ 2-3 ਦਿਨ ਦਾ ਵਕਫਾ ਸੂਣ ਦਾ, ਠੀਕ ਹੈ। ਇਹ ਚੈੱਕ ਕਰੋ ਮਾਸ਼ਾਅੱਲਾ ਕਹਿਣਾ ਸਾਰੇ ਭਰਾਵਾਂ। ਇਹਦਾ ਵੀ ਬਹਾਨੇ ਨਾਲ ਨਜ਼ਰ ਮਾਰੋ ਤੁਸੀਂ
ਕਿ ਇਹਦੀ ਵੀ ਕੈਸੀ ਤਿਆਰੀ ਹੋਈ ਹੈ। ਇਹਨੂੰ ਵੀ ਸੇਮ ਉਹੋ ਹੀ ਫਾਰਮੂਲਾ ਲਾਇਆ ਹੈ ਜੋ ਕਿ ਪਹਿਲੀ ਪਾਠ ਨੂੰ ਲਵਾਇਆ ਹੈ, ਕੋਈ ਐਡਾ ਲੰਮਾ ਚੌੜਾ ਫਾਰਮੂਲਾ ਨਹੀਂ। ਅੱਛਾ ਜੀ ਵੀਰੋ, ਇਹਨਾਂ ਬੱਕਰੀਆਂ ਨੂੰ ਇਹ ਸਿਰਫ 1 ਮਹੀਨਾ, ਆਖਰੀ ਮਹੀਨਾ ਜਿਹੜਾ ਸੀ ਉਹ ਵੰਡਾ ਪਾਇਆ ਗਿਆ ਹੈ, ਠੀਕ ਹੈ ਨਾ। ਮਤਲਬ ਕਿ ਬੱਕਰੀ ਨੂੰ ਐਡਾ ਲੰਮਾ ਚੌੜਾ ਜਿੰਜਾ ਨੈੱਟ 'ਤੇ ਦੱਸਿਆ ਜਾਂਦਾ ਹੈ ਵੰਡਾ ਪਾਉਣ ਦੀ ਕੋਈ ਜ਼ਰੂਰਤ ਨਹੀਂ। ਜਦੋਂ ਤੁਹਾਡੀ ਬੱਕਰੀ ਆਖਰੀ ਮਹੀਨਾ ਯਾਨੀ 5ਵਾਂ ਮਹੀਨਾ ਉਹਨੂੰ ਲੱਗ ਜੇ, ਉਦੋਂ ਵੰਡਾ ਸ਼ੁਰੂ ਕਰੋ ਔਰ 1 ਮਹੀਨਾ ਉਹਨੂੰ ਸਿਰਫ ਵੰਡਾ ਪਾਓ। ਔਰ ਵੰਡਾ ਪਾਉਣ ਦੀ ਕੁਆਂਟਿਟੀ ਕੀ ਹੈ ਕਿ ਆਮ ਤੌਰ 'ਤੇ ਬੱਕਰੀ ਜਿਹੜੀ ਹੈ ਉਹਨੂੰ ਡੇਲੀ ਦਾ ਸਿਰਫ 250 ਗ੍ਰਾਮ ਯਾਨੀ ਕਿ 1 ਪਾ ਵੰਡਾ ਇੱਕ ਬੱਕਰੀ ਵਾਸਤੇ ਬਹੁਤ ਜ਼ਿਆਦਾ ਹੁੰਦਾ ਹੈ, ਠੀਕ ਹੈ। ਅਤੇ ਲਿਹਾਜ਼ਾ ਆਖਰੀ ਮਹੀਨਾ ਵੰਡਾ ਪਾਉਣਾ ਹੈ। ਹੁਣ ਜ਼ਰਾ ਤਵੱਜੋ ਦੇ ਨਾਲ ਸਾਰੇ ਭਰਾ ਜਿਹੜਾ ਨਾ ਵੰਡੇ ਦੀ ਤਰਤੀਬ ਵੀ ਸੁਣ ਲਓ ਕਿ ਵੰਡੇ ਦੀ ਤਰਤੀਬ ਕੀ ਹੈ, ਕਿਹੜੀ ਕਿਹੜੀ ਚੀਜ਼ ਉਹਦੇ ਵਿੱਚ ਐਡ ਹੋਣੀ ਹੈ, ਫਾਰਮੂਲਾ ਕੀ ਹੈ ਇਹਦਾ, ਠੀਕ ਹੈ। ਤਵੱਜੋ ਨਾਲ ਸੁਣਨਾ ਸਾਰੇ ਭਰਾਵਾਂ ਨੇ। ਸਭ ਤੋਂ ਪਹਿਲੇ ਤਾਂ ਵੀਰੋ ਇਸ ਵੰਡੇ ਦੇ ਵਿੱਚ ਸਿੰਪਲ ਜਿਹਾ ਵੰਡਾ ਹੈ, ਤੁਸਾਂ ਪਾਉਣਾ ਹੈ ਕਣਕ ਦਾ ਦਲੀਆ, ਠੀਕ ਹੈ। ਦੂਸਰੇ ਨੰਬਰ 'ਤੇ ਇਹਦੇ ਵਿੱਚ ਪੈਣਾ ਹੈ ਮਕਈ ਦਾ ਦਲੀਆ। ਤੁਸਾਂ ਮਾਰਕੀਟ ਦੇ ਵਿੱਚੋਂ ਕਹਿ ਲਓ ਕਿ ਕਣਕ ਔਰ ਮਕਈ ਸਾਬਤ ਲੈਣੀ ਹੈ, ਪਿਸੀ ਹੋਈ ਨਹੀਂ ਲੈਣੀ। ਸਾਬਤ ਲੈ ਕੇ ਆਪ ਹੀ ਉਹਨੂੰ ਜਨਾਬ ਤੁਸਾਂ ਖੜ ਕੇ ਚੱਕੀ ਵਾਲੇ ਕੋਲੋਂ ਪਿਸਵਾਉਣਾ ਹੈ। ਪਿਸਵਾ ਕੇ ਹੁਣ ਫਾਰ ਐਗਜ਼ਾਮਪਲ ਕਹਿ ਲਓ ਕਿ ਮੈਂ ਤੁਹਾਨੂੰ ਡਿਟੇਲ ਦੱਸਣਾ ਕਿ ਇੱਕ ਬੱਕਰੀ ਦਾ 250 ਗ੍ਰਾਮ ਵੰਡਾ ਉਹਨੇ ਡੇਲੀ ਦਾ ਖਾਣਾ, ਯਾਨੀ 1 ਪਾ ਵੰਡਾ ਉਹਨੇ ਖਾਣਾ। 1 ਪਾ ਵੰਡੇ ਦੇ ਵਿੱਚ ਅਸੀਂ ਕੀ ਕਰਨਾ ਹੈ ਕਿ ਅਗਰ ਫਾਰ ਐਗਜ਼ਾਮਪਲ ਅਸੀਂ ਮਹੀਨੇ ਦਾ ਵੰਡਾ ਬਣਾਉਂਦੇ ਹਾਂ, ਉਹ ਸਾਡਾ ਬਣਨਾ ਕਹਿ ਲਓ ਕਿ ਤਕਰੀਬਨ 7 ਤੋਂ 8 ਕਿਲੋ ਵੰਡਾ ਬਣਨਾ ਹੈ, ਕਿਉਂਕਿ ਪਾ ਵੰਡਾ ਕਿਲੋ ਜਿਹੜਾ ਉਹ 4 ਦਿਨ ਜਾਏਗਾ। 8 ਕਿਲੋ ਵੰਡੇ ਦੇ ਵਿੱਚ ਹੈ ਕਿ 4 ਕਿਲੋ ਤੁਸਾਂ ਲੈਣੀ ਹੈ ਮਕਈ ਔਰ 4 ਕਿਲੋ ਲੈਣੀ ਤੁਸਾਂ ਕਣਕ। ਹੁਣ ਇਸ ਟਾਈਮ ਮਾਰਕੀਟ ਦਾ ਜਿਹੜਾ ਰੇਟ, ਸਾਰੀ ਗੱਲ ਹਰ ਸ਼ਹਿਰ ਦਾ ਫਰਕੀ ਰੇਟ ਹੁੰਦੇ ਨੇ। ਲਿਹਾਜ਼ਾ ਜੋ ਮੇਰੇ ਸ਼ਹਿਰ ਦਾ ਰੇਟ ਹੈ ਮੈਂ ਉਹਦੇ ਮੁਤਾਬਕ ਤੁਹਾਨੂੰ ਦੱਸ ਦਿੰਦਾ, 10-20 ਦਾ ਹੀ ਫਰਕ ਹੋਏਗਾ, ਇਸ ਤੋਂ ਜ਼ਿਆਦਾ ਫਰਕ ਨਹੀਂ ਹੋਣਾ। ਅੱਛਾ ਜੀ, ਇਸ ਟਾਈਮ ਕਣਕ ਦਾ ਜਿਹੜਾ ਰੇਟ ਹੈ ਮਾਰਕੀਟ 150 ਰੁਪਏ ਕਿਲੋ ਹੈ ਔਰ ਮਕਈ ਦਾ ਰੇਟ ਹੈ ਤਕਰੀਬਨ 120 ਰੁਪਏ ਕਿਲੋ। ਉਸ ਹਿਸਾਬ ਨਾਲ 4 ਕਿਲੋ ਕਣਕ ਜਿਹੜੀ ਹੈ ਉਹ ਬਣ ਗਈ ਤਕਰੀਬਨ 600 ਰੁਪਏ ਦੀ ਔਰ 4 ਕਿਲੋ ਮਕਈ ਜਿਹੜੀ ਉਹ ਬਣਦੀ ਹੈ ਵੀ ਤਕਰੀਬਨ 480 ਰੁਪਏ ਦੀ। ਟੋਟਲ ਤੁਹਾਡਾ ਬਣ ਗਿਆ 1080 ਰੁਪਏ। ਉੱਤੇ ਕਹਿ ਲਓ ਕਿ 100 ਰੁਪਏ ਤੁਸੀਂ ਚੱਕੀ ਵਾਲੇ ਨੂੰ ਦੇ ਦਿਓ ਕਿ ਦਲੀਆ ਦਲਾਉਣ ਵਾਸਤੇ। ਟੋਟਲ ਤਕਰੀਬਨ ਤੁਹਾਡਾ 1200 ਰੁਪਇਆ ਬਣਦਾ ਪਿਆ। 1200 ਹੋ ਗਿਆ ਇਹ ਦੋ ਚੀਜ਼ਾਂ ਦਾ। ਤੀਸਰੀ ਚੀਜ਼ ਜਿਹੜੀ ਇਹਦੇ ਵਿੱਚ ਐਡ ਕਰਨੀ ਹੈ ਉਹ ਹੈ ਵੇ ਕਿ ਅਗਰ ਤੇ ਮੌਸਮ ਦੇ ਹਿਸਾਬ ਨਾਲ ਲਿਓ, ਕਿ ਅਗਰ ਤੇ ਮੌਸਮ ਹੈ ਫਾਰ ਐਗਜ਼ਾਮਪਲ ਸਰਦੀ ਦਾ, ਜਿਸ ਤਰ੍ਹਾਂ ਹੁਣ ਮੈਂ ਸਰਦੀ ਦੇ ਵਿੱਚ ਤਿਆਰੀ ਕਰਾਈ ਸੀ। ਸਰਦੀ ਦੇ ਮੌਸਮ ਦੇ ਵਿੱਚ ਇਹ ਵੇ ਕਿ ਤੁਸੀਂ ਡੇਲੀ ਦਾ ਪਾ ਦਲੀਆ ਲੈਣਾ ਹੈ, ਲੈ ਕੇ ਉਹਦੇ ਵਿੱਚ ਤੁਸੀਂ ਥੋੜ੍ਹਾ ਜਿਹਾ ਡਾਲਡਾ ਘਿਓ ਪਾਉਣਾ, 2-3 ਚਮਚੇ ਗਰਮ ਕਰਕੇ ਨਾ ਉਹਨੂੰ ਤੁਸੀਂ ਪਿਘਲਾ ਕੇ, ਕਹਿ ਲਓ ਕਿ ਸਰਦੀ 'ਚ ਸਾਰੀ ਗੱਲ ਜੰਮਿਆ ਹੁੰਦਾ, ਗਰਮ ਕਰਕੇ ਉਹਦੇ ਨਾਲ ਤੁਸੀਂ ਉਹ ਸੁੱਟ ਕੇ ਦਲੀਏ ਦੇ ਵਿੱਚ ਉਹਨੂੰ ਚੋਪੜ ਲੈਣਾ। ਚੋਪੜ ਕੇ ਅਤੇ ਉਹ ਤੁਸੀਂ ਬੱਕਰੀ ਨੂੰ ਦੇ ਦੇਣਾ, ਠੀਕ ਹੈ। ਹੱਥੀਂ ਪੈਰੀਂ ਕਹਿ ਲਓ ਕਿ ਰੋਜ਼ ਰਾਤ ਨੂੰ ਜਦੋਂ ਪੱਠੇ ਛੱਠੇ ਖਾ ਕੇ ਬੱਕਰੀ ਫਾਰਗ ਹੋ ਜੇ ਉਦੋਂ ਉਹਨੂੰ ਦੇ ਦਿਓ। ਔਰ ਅਗਰ ਜਿਸ ਤਰ੍ਹਾਂ ਹੁਣ ਅੱਗੋਂ ਦਾ ਮੌਸਮ ਆ ਰਿਹਾ, ਅਪ੍ਰੈਲ ਮਈ ਦੀ ਗਰਮੀ ਆ ਰਹੀ ਹੈ, ਉਹਦੇ ਵਿੱਚ ਡਾਲਡਾ ਘਿਓ ਨਹੀਂ ਤੁਸੀਂ ਯੂਜ਼ ਕਰਨਾ। ਉਹਦੇ ਵਿੱਚ ਤੁਸੀਂ ਯੂਜ਼ ਕਰਨਾ ਹੈ ਕਿ ਪਾ ਦਲੀਆ ਲੈਣਾ, ਦਲੀਏ ਦੇ ਵਿੱਚ ਤੁਸੀਂ ਦੇਸੀ ਤੇਲ ਲੈਣਾ, ਸਰੋਂ ਦਾ ਤੇਲ ਜਿਹੜਾ ਅਸੀਂ ਬੋਲਦੇ ਹਾਂ, ਉਹ ਤੁਸੀਂ ਹਸਬੇ ਜ਼ਰੂਰਤ ਕਹਿ ਲਓ 2-4-5 ਚਮਚ, ਇਹ ਤੋਂ ਜ਼ਿਆਦਾ ਨਹੀਂ ਪਾਉਣਾ। 2 ਚਮਚ 3 ਹੱਦ 4 ਤੋਂ 5 ਹਲਕਾ ਹਲਕਾ ਉਹਦੇ ਮੋਸਚਰ ਬਣ ਜੇ ਜਿਹੜਾ ਨਾ ਚੋਪੜ ਕੱਟੇ ਥੋੜ੍ਹਾ ਜਿਹਾ ਨਾ ਦਲੀਆ, ਉਹ ਤੁਸੀਂ ਦਿੰਦੇ ਜਾਓ। ਲਗਾਤਾਰ ਇਹ ਜਿਹੜੀ ਡੋਜ਼ ਹੈ 1200 ਰੁਪਏ ਦਾ ਤੁਹਾਡਾ ਵੰਡਾ ਬਣਦਾ ਪਿਆ, ਠੀਕ ਹੈ। ਉਹਦੇ ਵਿੱਚ ਮੈਕਸੀਮਮ ਪੂਰੇ ਇੱਕ ਬੱਕਰੀ ਦਾ ਬੜਾ ਲੱਗੇਗਾ ਤੁਹਾਡਾ ਪੂਰੇ ਮਹੀਨੇ ਦੇ ਵਿੱਚ ਕਿਲੋ ਤੇਲ ਵੀ ਨਹੀਂ ਲੱਗਣਾ। ਅਗਰ ਫਾਰ ਐਗਜ਼ਾਮਪਲ ਕਿਲੋ ਤੇਲ ਹੀ ਤੁਸੀਂ ਲਾ ਲਓ ਤਾਂ 600-700 ਰੁਪਏ ਮਾਰਕੀਟ 'ਚ ਤੇਲ ਹੈ। ਓਵਰਆਲ 2000 ਰੁਪਏ ਦੇ ਵਿੱਚ ਜਨਾਬ ਪੂਰੇ ਮਹੀਨੇ ਦਾ ਤੁਹਾਡਾ ਇੱਕ ਬੱਕਰੀ ਦਾ ਵੰਡਾ ਤਿਆਰ ਹੋ ਰਿਹਾ। ਔਰ ਇੱਕ ਬੱਕਰੀ ਦੇ ਇੱਕ ਸੂਏ ਦੀ ਹੈ ਤਿਆਰੀ ਮੁਕੰਮਲ ਤੁਹਾਡੀ 2000 'ਚ ਹੋ ਰਹੀ ਹੈ। ਐਵੇਂ ਹੈ ਮਾਰਕੀਟ ਦੀਆਂ ਗੱਲਾਂ 'ਚ ਆ ਕੇ ਰੂਟੀਨ ਵਾਈਜ਼ ਜਨਾਬ 12 ਮਹੀਨੇ ਵੰਡਾ ਪਾਉਣ ਦੀ ਜ਼ਰੂਰਤ ਨਹੀਂ ਬੱਕਰੀ ਨੂੰ। ਅਗਰ ਤੁਹਾਡੀ ਬੱਕਰੀ ਦਾ ਨਿਜ਼ਾਮ ਠੀਕ ਹੈ, ਹਾਜ਼ਮਾ ਠੀਕ ਹੈ, ਅਤੇ ਸਿਰਫ ਜਦੋਂ ਸੂਣ ਦੇ ਨੇੜੇ ਤਿਆਰ ਹੁੰਦੀ ਹੈ ਆਖਰੀ ਮਹੀਨਾ ਵੰਡਾ ਪਾਓ, 2000 ਦੇ ਵਿੱਚ ਤੁਹਾਡੀ ਬੱਕਰੀ ਤਿਆਰ ਹੋ ਜਾਏਗੀ ਔਰ ਬਿਲਕੁਲ ਟੈਨਸ਼ਨ ਫਰੀ ਹੋ ਕੇ ਤਿਆਰ ਹੋਏਗੀ। ਔਰ ਇਹ ਤਿਆਰੀ ਦਾ ਤੁਹਾਡਾ ਰਿਜ਼ਲਟ ਤੁਹਾਡੇ ਸਾਹਮਣੇ ਹੀ ਜੋ ਮਾਸ਼ਾਅੱਲਾ ਮੇਰੇ ਕੋਲ ਆਇਆ ਹੋਇਆ, ਮੈਂ ਇਹ ਪ੍ਰੈਕਟੀਕਲੀ ਇਸਤੇਮਾਲ ਕੀਤਾ ਔਰ ਫਿਰ ਮੈਂ ਆਖਿਆ ਕਿ ਮੈਂ ਆਪਣੇ ਵੀਰਾਂ ਨੂੰ ਦੱਸ ਦਿਆਂ। ਅਤੇ ਵੀਡੀਓ ਵੀਰੋ ਅਗਰ ਅੱਛੀ ਲੱਗੀ ਹੈ ਤਾਂ ਲਿਹਾਜ਼ਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਕੇ ਅਤੇ ਕਮੈਂਟ ਸੈਕਸ਼ਨ ਦੇ ਵਿੱਚ ਭਰਾਵਾਂ ਨੇ ਦੱਸਣਾ ਵੀ ਹੈ ਕਿ ਆਇਆ ਕਿ ਇਹ ਵੰਡਾ ਕਿਸੇ ਦੀ ਸਮਝ 'ਚ ਆਇਆ। ਅਗਰ ਕੋਈ ਇਸਤੇਮਾਲ ਕਰਦਾ ਹੈ ਤਾਂ ਰਿਵਿਊ ਵੀ ਜ਼ਰੂਰ ਕਮੈਂਟ ਦੇ ਵਿੱਚ ਆ ਕੇ ਦਿਓ ਆਪਣੇ ਵੀਰ ਨੂੰ। ਇਹਦੇ ਨਾਲ ਹੀ ਆਪਣੇ ਵੀਰ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।